एक बहुत ही ईमानदार ਅਤੇ सच्ची सुच्ची शख्सियत ਦੇ मालिक सरदारनी कुलदीप कौर गरेवाल पिछले दिनी अपने ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ परमात्मा ਦੇ ਚਰਨਾਂ ਵਿੱਚ ਜਾ ਬਿਰਾਜੇ। उन्हां दी याद विच एक धार्मिक समागम का आयोजन उन्हां दे समूह परिवार वल्लों जिन्हां विच सरदार सुखजिंदर सिंह गरेवाल, सरदारनी भुपिंदर कौर, हरमिंदर कौर धालीवाल, रुपिंदर कौर गिल, दलजीत कौर बदेशा, प्रभजोत सिंह गरेवाल, सुखबीर सिंह धालीवाल, सरबजीत सिंह गिल, रुपिंदर सिंह बदेशा ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਕੁਲਦੀਪ ਕੌਰ ਜੀ ਦਾ ਜਨਮ सिविल सर्जन डॉक्टर ਊਧਮ ਸਿੰਘ ਦਿਓਲ जी ਦੇ ਘਰ ਮਾਤਾ ਸਰਦਾਰਨੀ ਬਸੰਤ ਕੌਰ ਹੁਣਾਂ ਦੀ ਕੁੱਖੋਂ ਸਨ 1934 ਵਿੱਚ ਲੁਧਿਆਣਾ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ ਅਤੇ ਸਿਆਣੇ ਸਨ। ਆਪ ਜੀ ਨੂੰ ਬਚਪਨ ਤੋਂ ਹੀ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ, ਜਿਸ ਕਰਕੇ ਆਪ ਜੀ ਧਾਰਮਿਕ ਲਿਟਰੇਚਰ ਦੀਆਂ ਅਤੇ ਇਸ ਤੋਂ ਇਲਾਵਾ ਹੋਰ ਵੀ ਸਿੱਖਿਆਦਾਇਕ ਕਿਤਾਬਾਂ ਪੜ੍ਹਿਆ ਕਰਦੇ ਸਨ। ਆਪ ਜੀ ਦੇ 2 ਭਰਾ ਅਤੇ 2 ਭੈਣਾਂ ਸਨ। ਆਪ ਜੀ ਦਾ ਆਪਣੇ ਭੈਣਾਂ ਭਰਾਵਾਂ ਨਾਲ ਗਹਿਰਾ ਮੋਹ ਸੀ। ਆਪ ਜੀ ਦਾ ਵਿਆਹ ਸਨ 1955 ਵਿੱਚ ਸਰਦਾਰ ਸੁਰਜੀਤ ਸਿੰਘ गरेवाल ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ ਬੇਟੇ ਸੁਖਜਿੰਦਰ ਸਿੰਘ गरेवाल ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚੇ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੇਟੇ ਆਪਣੇ ਮਾਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਗਰੀਬਾਂ ਅਤੇ ਦੀਨ ਦੁਖੀਆਂ ਦੇ ਹਮਦਰਦ ਹਨ। ਸਰਦਾਰਨੀ ਕੁਲਦੀਪ ਕੌਰ गरेवाल ਜੀ ਇੱਕ ਬਹੁਤ ਹੀ ਸੂਝਵਾਨ ਔਰਤ ਸਨ। ਜਿੱਥੇ ਆਪ ਜੀ ਨੇ ਆਪਣੇ ਬੇਟੇ ਸੁਖਜਿੰਦਰ ਸਿੰਘ गरेवाल ਨੂੰ ਚੰਗੇ ਸੰਸਕਾਰ ਦਿੱਤੇ, ਉੱਥੇ ਹੀ ਆਪ ਜੀ ਨੇ ਆਪਣੀਆਂ ਪੋਤੀਆਂ ਅਤੇ ਪੋਤਿਆਂ ਨੂੰ ਵੀ ਉਸੇ ਹੀ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ, ਜਿਸ ਦੀ ਬਦੌਲਤ ਅੱਜ ਆਪ ਜੀ ਦੀਆਂ ਪੋਤੀਆਂ ਹਰਮਿੰਦਰ ਕੌਰ, ਰੁਪਿੰਦਰ ਕੌਰ ਅਤੇ ਦਲਜੀਤ ਕੌਰ ਅਤੇ ਆਪ ਜੀ ਦੇ ਪੋਤਰੇ ਪ੍ਰਭਜੋਤ ਸਿੰਘ ਆਪਣੇ ਦਾਦੀ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ। ਆਪ ਜੀ ਦੀਆਂ ਪੋਤੀਆਂ ਹਰਮਿੰਦਰ ਕੌਰ, ਰੁਪਿੰਦਰ ਕੌਰ ਅਤੇ ਦਲਜੀਤ ਕੌਰ ਆਪੋ ਆਪਣੇ ਘਰਾਂ ਵਿੱਚ ਖੁਸ਼ੀ ਵਿਅਹਤਾ ਜੀਵਨ ਬਤੀਤ ਕਰ ਰਹੀਆਂ ਹਨ, ਜਦੋਂ ਕਿ ਆਪ ਜੀ ਦੇ ਪੋਤਰੇ ਪ੍ਰਭਜੋਤ ਸਿੰਘ गरेवाल इंजीनियर ਹਨ। ਸਰਦਾਰਨੀ ਕੁਲਦੀਪ ਕੌਰ गरेवाल ਜੀ ਬਹੁਤ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ। ਆਪ ਜੀ ਨਾਮ ਸਿਮਰਨ ਵਿੱਚ ਹਮੇਸ਼ਾ ਹੀ ਧਿਆਨ ਦਿੰਦੇ ਸਨ। ਰੋਜ਼ਾਨਾ ਗੁਰੂ ਘਰ ਜਾਣਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਬਹੁਤ ਹੀ ਮਿਹਨਤੀ ਔਰਤ ਸਨ ਅਤੇ ਆਪ ਜੀ ਨੇ ਇਹੀ ਮਿਹਨਤ ਕਰਨ ਦੀ ਸਿੱਖਿਆ ਆਪਣੇ ਸਮੁੱਚੇ ਪਰਿਵਾਰ ਨੂੰ ਦਿੱਤੀ। ਆਪ ਜੀ ਚੰਗੇ ਅਸਲ ਰਸੂਖ ਵਾਲੀ ਔਰਤ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਆਪ ਜੀ ਹਰ ਇੱਕ ਦੀ ਮਦਦ ਕਰਨ ਵਾਲੇ ਇਨਸਾਨ ਸਨ ਅਤੇ ਸ਼ਾਂਤ ਬਿਰਤੀ ਦੇ ਮਾਲਕ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਇਨ੍ਹਾਂ ਸਾਰੇ ਚੰਗੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ, ਡਾਊਨ ਟੂ ਅਰਥ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ ਅਤੇ ਇਸ ਦਾ ਸਾਰਾ ਸ਼੍ਰੇ ਸਰਦਾਰਨੀ ਕੁਲਦੀਪ ਕੌਰ गरेवाल ਜੀ ਦੇ ਸਿਰ ਤੇ ਹੀ ਜਾਂਦਾ ਹੈ। सब जग चलन हार
पंजा तख्ता सब हूँ गुरुद्वारा का ध्यान करके भवना जी प्रथम सर्वत खालसा जी की अरदास है जी सर्वत खालसा जी को वाहिगुरु 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 नाम चित्या का सदका सर्व सुख जहाँ जहाँ खालसा जी साहिब तहाँ तहाँ लिखियारा देव के पति गद की पैर पंक्ति जीत रहे श्री साहब जी सहाय गुरु खालसा जी को बोल वाले बोलना जी बख्शना जी सिखानु सिखी दा कीस्ता रहता भविता विसावदान भरोसा दाना सरदान नामदार श्री अमृतसर साहिब जी की दर्शनी चना चौकियां चढ़ी दुगे जुगो जुगाटल कर्म जय जयकार खालसा जी बोलना जी सिखा दा मन नीमा मत उचे मत पद का राखा आप अकाल पुरख वाहिगुरु अपने पंथ दे सदा सहाई दातार जी श्री ननकाना साहिब के गुर गुरुद्वारियां गुरधामां तो जिन्हां तो पंथ नूं विछोड़िया गया है अल्ले दर्शन देना ये सेवा संभालदा ना प्यारे खालसा जी नूं बख्शो जी हे निमाणियां दे मान ने ताणियां दे ताण ने ओटियां दियो ने आसरियां दे आसरे सच्चे पिता वाहिगुरु धन धन श्री गुरु ग्रंथ साहिब महाराज जी धन धन श्री गुरु नानक देव साहिब महाराज जी श्लोक महला दूजा आपे जाने करिया आपे जाने राव इस अगर नानका हरे कीपे अरदास बेनती चौधरी कीती जांदी महाराज जी जेहा चिरी लिखिया तेहा हुकुम बनाए भले आवे नानका सते उठे जाए दे महावाका अनुसार माता कुलदेव का बख्शे हुए सवास बख्शे हुए आरजू को करके करे रोज तो अकाल पुजाना करके महाराज जी उन्हां दी आत्मक शांति दे वास्ते उन्हां दी रूह दे कल्याण था दे वास्ते उन्हां दे सुपुत्र सरदार सुखजिंदर सिंह अति समूही गरीबाल परिवार ने महाराज जी आप जी का मिठा करके भाणा मंदिर पया तुर की बाणी आई तिन सबले जंत मटाई जी दे जा अपने ग्रह विखे श्री सहज पाठ आरंभ कीते गए सन महाराज जी गुरबाणी पढ़ी सुनी आख तो मत पूर्णताई हो पाएंगे हम महाराज जी ऐस वक्त मान सजे हम महाराज जी सजे जवाना दे विच रागे जथे वल्लों बैरागमई गुरबाणी कीर्तन कीते गए हम महाराज जी परिवार वालों सेवादारां वालों सेवा कीती महाराज जी गुरबाणी पढ़ी सुनी सेवा समन कीता होया सचखंड परवान करना बाणी का फल भाग उस विछड़े हुए रूह नूं बचाना महाराज जी आवागण चक्रां तो बचा के जन्म मरण दे चक्रां बचा के महाराज जी सदा वास्ते आप जी दे चरनां दे विच आप जी दे दरगाह दे विच निवास बख्शना जी पिछे समूही परिवार ते मेहरां भरिया हथ रखना मिठा करके भाणा मनन दा फल बख्शना उद्दम बख्शना समर्था बख्शनी अकल बुद्ध समर्थ बख्शनी महाराज जी आप जी दे सेवक परिवार वालों आप जी दा मिठा करके भाणा मंदिया में सोने पैसा के पहना गए हन अंगीकार करने परिवार दे कर्म शरण धर्म दे पढ़ते करनी लोक परलोक सहाय गुणा महाराज जी माता को देव कौर जी दे नमित परिवार वालों दान पुन करते हैं वस्त्र मंजा बर्तन आद महाराज जी पातशाह जो वस्त्र हाय कीते हैं महाराज जी परवान करने बेअंत खजाना केटा कीता महाराज जी परवान करना जिन्हां खजानियां दे विचों तान मान धन दे नाल सभावां कीतियां हन सो दान पुन दा फल भाग उस विछड़े हुए रूह नूं पहुंचाउणा महाराज जी जगत जलंदा रख लै अपनी कृपा का जित द्वार उभरै दिता लिहो कुवार दी महावाका अनुसार माता कुलदीप
ਪੌਦਿਆਂ ਦੇ ਪਾਸੋਂ ਇਸ ਸੰਸਾਰ ਦੀ ਯਾਤਰਾ ਕਰਦਿਆਂ ਬੇਅੰਤ 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 ਜਾਣੇ ਅਣਜਾਣੇ ਭੁੱਲਾਂ ਭੁਗੀਆਂ ਹੋਣਗੀਆਂ ਮਹਾਰਾਜ ਜੀ। ਅਣਜਾਣ ਬੱਚੇ ਸਮਝ ਕਰਕੇ ਮਾਫ ਕਰ ਦੇਣਾ, ਨਾਚ ਤਾਰਨਾ ਮਹਾਰਾਜ ਜੀ। ਸ੍ਰੀ ਦੇਵੀ ਕਾਲ ਵਾਸਤੇ ਆਪ ਜੀ ਦੇ ਚਰਨਾਂ ਦੇ ਦਰਗਾਹ ਦੇ ਵਿੱਚ ਨਿਵਾਸ ਬਖਸ਼ਣਾ ਮਹਾਰਾਜ ਜੀ। ਪਿੱਛੇ ਸਮੂਹ ਹੀ ਗਰੇਵਾਲ ਪਰਿਵਾਰ ਕੇ ਮਿਹਰਾਂ ਭਰਿਆ ਰੱਖਣਾ। ਤੰਦਰੁਸਤੀ ਦੇ ਰੋਤਾ ਦੁੱਖਾਂ ਕਲੇਸ਼ਾਂ ਲੋਕਾਂ ਦੁੱਖਾਂ ਤੋਂ ਬਚਾ ਕੇ ਆਪ ਜੀ ਦੇ ਚਰਨੀ ਲਾਉਣਾ, ਮਿੱਠਾ ਕਰਕੇ ਭਾਣਾ ਮੰਗਣ ਦਾ ਬਲ ਬਖਸ਼ਣਾ, ਉਦਮ ਬਖਸ਼ਣਾ ਮਹਾਰਾਜ ਜੀ। ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਬਖਸ਼ੇ ਹੋਏ ਧਨ ਪਦਾਰਥਾਂ ਦੇ ਵਿੱਚੋਂ ਆਪ ਜੀਆਂ ਦੇ ਸ਼ਗਨ ਹਿਤ ਪੰਜ ਤਿੰਨ ਪ੍ਰਾਪਤਾਂ ਦੇ ਗਨ ਸਜ ਕੇ ਹਾਜ ਆਪ ਜੀ ਦੇ ਦਰ ਪ੍ਰਵਾਨ ਕਰੋ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਤਾਂ ਵਿੱਚ ਵਰਤੇ ਜੋ ਵੀ ਛਕੇ ਸਵਾਹ ਸਵਾਹ ਸਾਹਿਬ ਜੀ ਦਾ ਅਟੂ ਪੈਰ ਨਾਮ ਜਪੇ ਮਹਾਰਾਜ ਜੀ। ਆਪ ਜੀ ਦੀਆਂ ਸੰਤਾਂ ਦੂਰੋਂ ਨੇੜੋਂ ਟਲ ਕੇ ਤਿਲ ਬਲ ਘਟਾਵਾਂ ਲੈ ਕੇ ਆਪ ਜੀ ਦੇ ਦਰ ਕਰਦਿਆਂ ਹਾਜ਼ਰੀਆਂ ਭਰੀਆਂ ਹਨ। ਆਤਮ ਅਰਦਾਸਾਂ ਦੇ ਵਿੱਚ ਸੰਤਾਂ ਹਾਜ਼ਰ ਹੋਈਆਂ ਹਨ। ਸਭਨਾ ਸੰਤਾਂ ਦੀਆਂ ਹਾਜ਼ਰੀਆਂ ਘਟਾਵਾਂ ਆਤਮ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦੀਆਂ ਮਹਾਰਾਜ ਜੀ। ਆਪਣੇ ਸੇਵਕ ਪਰਿਵਾਰ ਵੱਲੋਂ ਸਰਦਾਰ ਸੁਖਜਿੰਦਰ ਸਿੰਘ ਜੀ ਅਤੇ ਗਰੇਵਾਲ ਪਰਿਵਾਰ ਵੱਲੋਂ ਦਾਨ ਪੁੰਨ ਕਰਦਿਆਂ ਹੋਇਆਂ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਦੇ ਵਾਸਤੇ 10,000 ਰੁਪਇਆ ਵੈਲਡਮ ਸੇਵਾ ਵਾਸਤੇ ਇਕੱਠਾ ਕੀਤਾ ਗਿਆ ਮਹਾਰਾਜ ਜੀ। ਪ੍ਰਵਾਨ ਕਰਨਾ ਕਿਰਤ ਕਮਾਈਆਂ ਦੇ ਵਿੱਚ ਵਾਧੇ ਬਖਸ਼ਣੀ, ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਅੰਗ ਸੰਗ ਸਹਾਈ ਬਣਾ, ਮਿਹਰਾਂ ਭਰਿਆ ਸਾਰੇ ਪਰਿਵਾਰ ਤੇ ਬੱਚਿਆਂ ਤੇ ਮਿਹਰਾਂ ਭਰਿਆ ਰੱਖਣਾ। ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਤਨ ਮਨ ਧਨ ਸਭ ਤਰ੍ਹਾਂ ਕਰਕੇ ਸੁਖ ਵਰਤਾਉਣੀ ਮਹਾਰਾਜ ਜੀ। ਆਪ ਜੀ ਦੀਆਂ ਸੰਤਾਂ ਨੂੰ ਹੁਕਮਨਾਮਾ ਸੁਣਾ ਕੇ ਨਦਰ ਤੇ ਹਾਲ ਕਰੋ ਜੀ। ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਹੀ ਅਟੂ ਪੈਰ ਨਾਮ ਚਿਤ ਆਵੇ। ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬਨ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। संग चलत है हम भी चलना, दूर गगन से ऊपर भरना। क्या तो सोया जाग के आना, ता जीवन जग सच कर जाना। रहाओ जन जियो दिया सो रिजक अंगरावा, सब कट भीतर हाट चलावा। कर बंदगी छाड़ मैं मेरा, हृदय नाम समार सवेरा। जन्म सिरानो पंथ ना सवारा, सांझ परी दह दिस अंधियारा। कह रविदास निदान दीवाने, चेत सुनाही दुनिया खान खाने।
सिरानो पंथ ना सवारा, सांझ परी कह दिस अंधियारा, कह रविदास निदान दीवाने, चेत सुनाही दुनिया खान खाने। वाहिगुरु जी का खालसा, वाहिगुरु जी की फतेह। सो आप जी भली प्रकार पता ही है कि माता कुलदीप कौर गुरु महाराज जी के बख्शे हुए सुआस, बख्शे हुए आरजू भोग करके कई रोज तो गुरु महाराज जी के चरणों के जा विराजे हैं। सो उन्होंने निमित्त उन्होंने समूह ही गरीबार परिवार वालों गुरु महाराज जी का मिठा करके भारा मंदिर हुई। कई रोज तो उन्होंने गृह विखे श्री सहज पाठ आरंभ किए गए सन। सो जिन्हों की गृह विखे भोग पाए गए हैं, आप सारे माता कुलदीप कौर जी दी अतम अरदासां दे विच शामिल हुए। सो गुरु महाराज जी का हुणे हुण आप जी ने हुक्मनामा सरवण किया है कि जो दिन आवे सो दिन जाहे, करना कूच रह थिर नाही। गुरु महाराज जी इंसान को समझा रहे हैं कि बड़े सरल तरीके के नाल सानू दिनां दा उदाहरण दे के जिहड़ा है समझाना कीता है गुरु महाराज जी ने कि जो दिन आवे सो दिन जाहे। जिवें दिन आउंदा है अते फिर दोपहरा अते फिर शामा अते फिर जिहड़ी है रात शुरू हो जाती है। महीना शुरू होता है, फिर हफ्ते अते फिर महीने अते साल ही जिहड़ी इस तरह उम्र जिहड़ी है वो बतीत हो जाती है। सो इसी तरह गुरु महाराज जी कहते हैं कि हे इंसान जिवें दिन ते रात आउंदे हन अते जाई जाते हैं, इंसान की जिहड़ी है उम्र बीत रही है। करना कोच रहन सिर नाही, कि इसी तरह वारी आपो अपनी कोई ना मंदर थी। राणा राव ना पुर है आप पढ़ते हैं ना कि भावें कोई अमीर है, भावें कोई गरीब है, भावें कोई फकीर है, भावें कोई भी है, तो इस संसार के उपरों उसने एक ना एक दिन जाना ही जाना है। ना बारिक ना जोबने ना वृद्धि किस बंद, ओह बेरा ना बुझिया जो आए पर जम फल। कि कईयां नूं मौत जिहड़ी है बचपन दे विच आ जाती है। आपां देखते ही हाँ कईयां नूं जवानी दे विच मौत आ जाती है। हर बुढ़ेपे दे विच तां हर एक ने जिहड़ा है जाना ही जाना है। क्योंकि जदों इंसान इस संसार के उपर आउंदा है तो जन्म उसका बाद विच हुंदा है, पहला उसका जिहड़ा है मरण लिखिया जाता है। गुरबाणी कहती है कि मरण लिखाए मंडल में आए, कि पहला उसका मरण लिखा जाता है कि भाई तेरी इन्नी उम्र है, इन्नी तेरे साल हैं, इन्ने महीने हफ्ते दिन घड़ियां हैं, अते उस तो बगैर एक सवास भी जिहड़ा है वो वध नहीं रह सकता। क्योंकि कलयुग का जमाना, कलयुग का समा, जिवें आपां किसी के कोलों कोई घर खरीदते हाँ या कोई जमीन जायदाद खरीदते हाँ, आपां पहलां उसदे कोलों लिखवा लैंदे हाँ कि भाई सारा कुछ जिहड़ा है आपां नोट वगैरह लिखा लैंदे हाँ कि इसका जिम्मेवार जिहड़ा है अगला बढ़ जाता है। इसी तरह गुरु महाराज जी पहला जिहड़ा उसका मरण लिखा जाता है अते फिर इस संसार के उपर उसका जन्म होंदा है।
ਤਾਂ ਇੱਕ ਜਿਹੜਾ ਹੈ ਇੱਕ ਸਵਾਸ ਵੀ ਜਿਹੜਾ ਹੈ ਉਹ ਵੱਧ ਨਹੀਂ ਲੈ ਸਕਦਾ। ਜਿੰਨੇ ਲਿਖੇ ਗਏ ਉਹਦੇ ਹੀ ਉਸਨੇ ਭੋਗਣੇ ਹਨ, ਕਿਸੇ ਦੇ ਘੱਟ ਕਿਸੇ ਦੇ ਵੱਧ। ਅਤੇ ਕਈ ਜਿਹੜੇ ਹਨ 80 90 100 ਸਾਲ ਤੋਂ ਵੀ ਉਮਰਾਂ ਵੱਧ ਹੋ ਜਾਂਦੀ ਹੈ, ਕਿਉਂਕਿ ਉਹਨਾਂ ਦੀ ਲਿਖੀ ਹੀ ਇੰਨੀ ਹੈ। ਇਹ ਇਸ ਤਰ੍ਹਾਂ ਦੇ ਵੀ ਇਨਸਾਨ ਮੌਤ ਨੂੰ ਮੰਗਦੇ ਹਨ ਪਰ ਮੌਤ ਉਹਨਾਂ ਨੂੰ ਮਿਲਦੀ ਨਹੀਂ। ਇਸ ਤਰ੍ਹਾਂ ਦੇ ਵੀ ਜਿਹੜੇ ਹਨ ਦੁੱਖ ਸੁੱਖ ਉਹਨਾਂ ਦੇ ਕਰਮ ਹਨ, ਕਰਮਾਂ ਦੇ ਨਾਲ ਹੀ ਇਹ ਜਿਹੜਾ ਸੰਸਾਰ ਹੈ ਕਰਮਾਂ ਦਾ ਹੀ ਵਧਿਆ ਹੈ। ਕਿਉਂਕਿ ਦੱਦਾ ਦੋਸ਼ ਨ ਦੇਉ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਕਿ ਕਰਮਾਂ ਦਾ ਹੀ ਕੱਟਿਆ ਹੋਇਆ ਇਸ ਸੰਸਾਰ ਦੇ ਉੱਪਰ ਕੋਈ ਸੁੱਖ ਭੋਗਦਾ ਹੈ ਤਾਂ ਉਸ ਦੇ ਕਰਮਾਂ ਦਾ ਹੈ, ਜੇ ਕੋਈ ਦੁੱਖ ਭੋਗਦਾ ਹੈ ਤਾਂ ਉਸ ਦੇ ਕਰਮਾਂ ਦਾ ਹੀ ਹੈ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਹਨ ਇਸ ਸੰਸਾਰ ਦੇ ਉੱਪਰ ਜਿਸ ਦਿਨ ਇਨਸਾਨ ਤੋਂ ਜਨਮ ਲਿਆ ਸੀ ਤਾਂ ਉਸ ਵਕਤ ਤੇ ਸਾਖ ਸੰਬੰਧੀ ਸੱਜਣ ਮਿੱਤਰ ਅਤੇ ਜਾਇਦਾਦ ਕੁਝ ਵੀ ਨਹੀਂ ਸੀ ਤੇਰੇ ਪਾਸ। ਪਰ ਜਦੋਂ ਤੂੰ ਜਨਮ ਲੈ ਲਿਆ ਤਾਂ ਉਸ ਤੋਂ ਤੇਰਾ ਹੈ ਤੇਰੀ ਜ਼ਿੰਦਗੀ ਜਦੋਂ ਸ਼ੁਰੂ ਹੋਈ ਤਾਂ ਕਿ ਤੇਰਾ ਚਾਚਾ ਬਣ ਗਿਆ, ਕੋਈ ਭਤੀਜਾ ਬਣ ਗਿਆ, ਕੋਈ ਮਾਮਾ, ਕੋਈ ਚਾਚਾ, ਇਸ ਤਰ੍ਹਾਂ ਦਾ ਸਾਰੇ ਹੀ ਸਾਖ ਸੰਬੰਧੀ ਉਸਦੇ ਜਿਹੜੇ ਹਨ ਉਸ ਦੇ ਨਾਲ ਜੁੜ ਜਾਂਦੇ ਹਨ। ਪਰ ਜਦੋਂ ਇਸ ਸੰਸਾਰ ਦੇ ਉੱਪਰੋਂ ਜਾਂਦਾ ਹੈ ਇਨਸਾਨ ਤਾਂ ਉਸ ਵਕਤ ਵੀ ਜਿਹੜੇ ਇੱਥੇ ਦੇ ਰਿਸ਼ਤੇਦਾਰ ਸਾਖ ਸੰਬੰਧੀ ਸਭ ਕੁਝ ਜੋ ਵੀ ਇੱਥੇ ਮਿਲਿਆ ਸੀ ਤਾਂ ਉਸ ਦਾ ਇੱਥੇ ਹੀ ਰਹਿ ਜਾਂਦਾ ਹੈ, ਨਾਲ ਉਸ ਦਾ ਕੁਝ ਵੀ ਨਹੀਂ ਜਾਣਾ ਹੈ ਤਾਂ ਇਕੱਲੇ ਇਨਸਾਨ ਨੇ ਉਸ ਦੀ ਰੂਹ ਨੇ ਜਾਣਾ ਹੈ। ਆਪਾਂ ਕਹਿ ਦਿੰਦੇ ਹਾਂ ਕਿ ਫਲਾਣਾ ਇਨਸਾਨ ਜਿਹੜਾ ਹੈ ਮਰ ਗਿਆ ਹੈ, ਪਰ ਮਰਦਾ ਨਹੀਂ। ਉਸ ਸਰੀਰ ਕਰਕੇ ਤਾਂ ਮਰ ਜਾਂਦਾ ਹੈ ਪਰ ਆਤਮਾ ਕਰਕੇ ਜਿਹੜਾ ਹੈ ਉਹ ਇਨਸਾਨ ਨਹੀਂ ਮਰਦਾ। ਇਨਸਾਨ ਜਿਹੜਾ ਇਸ ਜ਼ਿੰਦਗੀ ਦੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮਰਤਾ ਜਗ ਮੁਆ ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬਾਹਰ ਨਾ ਮਰਨਾ ਹੋਏ। ਇਨਸਾਨ ਜਗਤ ਸਾਰਾ ਹੀ ਮਰ ਜਾਂਦਾ ਹੈ, ਸਰੀਰ ਕਰਕੇ ਮਰ ਜਾਂਦਾ ਹੈ ਪਰ ਆਤਮਾ ਜਿਹੜੀ ਹੈ ਉਹ ਨਹੀਂ ਮਰਦੀ। ਆਤਮਾ ਨੂੰ ਜਿਹੜਾ ਇਸ ਸੰਸਾਰ ਦੇ ਉੱਪਰ ਉਸਨੇ ਕਰਮ ਕੀਤੇ ਤਾਂ ਉਸੇ ਕਰਮਾਂ ਦੇ ਅਨੁਸਾਰ ਹੀ ਉਸ ਦਾ ਜਿਹੜਾ ਹੈ ਅਗਲਾ ਜਨਮ ਜਿਹੜਾ ਹੈ ਉਸ ਦਾ ਹੁੰਦਾ ਹੈ। ਜਿਵੇਂ 84 ਲੱਖ ਜੂਨਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ 42 ਲੱਖ ਜੂਨਾਂ ਇਸ ਧਰਤੀ ਦੇ ਵਿੱਚ ਹਨ ਅਤੇ 42 ਲੱਖ ਜੂਨ ਜਿਹੜੀ ਹੈ ਧਰਤੀ ਦੇ ਉੱਪਰ ਹੈ। ਜਿਸ ਤਰ੍ਹਾਂ ਦਾ ਉਹ ਕਰਮ ਕਰਦਾ ਹੈ, ਪਾਪ ਪੁੰਨ ਕਰਦਾ ਹੈ ਤਾਂ ਉਸੇ ਤਰ੍ਹਾਂ ਦਾ ਹੀ ਜਿਹੜਾ ਉਸ ਦਾ ਅੱਗੇ ਜਨਮ ਹੋ ਜਾਂਦਾ ਹੈ। ਉਸ ਦੇ 84 ਲੱਖ ਜੂਨਾਂ ਦੇ ਵਿੱਚ ਪੈ ਜਾਂਦਾ ਹੈ। ਜਨਮ ਉਸ ਦਾ ਨਹੀਂ ਹੁੰਦਾ ਜਿਹੜਾ ਜਿਉਂਦਾ ਹੋਇਆ ਹੀ ਆਪਣੇ ਆਪ ਨੂੰ ਮਾਰ ਲੈਂਦਾ ਹੈ। ਇਸ ਸੰਸਾਰ ਦੇ ਉੱਪਰੋਂ ਉਪਰਾਮ ਹੋ ਜਾਂਦਾ ਹੈ, ਕਿਸੇ ਦੇ ਨਾਲ ਮੋਹ ਨਹੀਂ ਹੁੰਦਾ। ਜਾਇਦਾਦ ਜ਼ਮੀਨ ਜਾਇਦਾਦ ਸਾਖ ਸੰਬੰਧੀ ਸੱਜਣ ਮਿੱਤਰ ਸਭ ਨੂੰ ਜਿਹੜਾ ਉਹ ਵਿਨਾਸ਼ ਸਮਝਦਾ ਹੈ, ਪਰ ਇੱਕੋ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦਾ ਹੈ। ਅੰਮ੍ਰਿਤ ਵੇਲੇ ਉੱਠਦਾ ਹੈ, ਬੰਦਗੀ ਕਰਦਾ ਹੈ ਪਰਮਾਤਮਾ ਦੀ। ਉਸ ਨੂੰ ਸੋਝੀ ਸਮਝ ਆ ਜਾਂਦੀ ਹੈ ਕਿ ਮੈਂ ਇਸ ਸੰਸਾਰ ਦੇ ਉੱਪਰ ਆਇਆ ਹੀ ਕਾਹਦੇ ਵਾਸਤੇ ਹਾਂ। ਆਪਾਂ ਰੋਜ਼ ਪੜ੍ਹਦੇ ਹਨ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਕਿ ਇਹ ਜਿਹੜੀ ਵਾਰੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਦੀ ਵਾਰੀ ਹੈ। ਜਿਵੇਂ ਸੰਤ ਮਹਾਂਪੁਰਖ ਦੱਸਦੇ ਹਨ ਕਿ ਜਿਵੇਂ ਸੰਸਾਰ ਦੇ ਨਾਲ ਸਮੁੰਦਰ ਦੇ ਨਾਲ ਜਿਹੜੀ ਹੈ ਵਿਛੜੀ ਹੋਈ ਬੂੰਦ ਹੈ ਅਤੇ ਬੂੰਦ ਜਦੋਂ ਪਹਿਲਾਂ ਦਰਿਆ ਦੇ ਵਿੱਚ ਫਿਰ ਨਦੀਆਂ ਦੇ ਵਿੱਚ ਇਸ ਤਰ੍ਹਾਂ ਜਦੋਂ ਉਸ ਦੀ ਆਖਰਕਾਰ ਜਿਹੜੀ ਹੈ ਉਹ ਸਮੁੰਦਰ ਦੇ ਵਿੱਚ ਜਿਹੜੀ ਹੈ ਮਿਲ ਜਾਂਦੀ ਹੈ ਤਾਂ ਉਸ ਦਾ ਜਿਹੜਾ ਹੈ ਫਿਰ ਹੋਂਦ ਨਹੀਂ ਰਹਿੰਦੀ, ਪਰਮਾਤਮਾ ਦਾ ਹੀ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ। ਨਹੀਂ ਤਾਂ ਫਿਰ ਇਸ ਸੰਸਾਰ ਦੇ ਉੱਪਰ ਜਿਹੜੀਆਂ 84 ਲੱਖ ਜੂਨਾਂ ਜਨਮਦਾ ਹੈ ਇਨਸਾਨ ਮਰਦਾ ਹੈ। ਮਹਾਂਪੁਰਸ਼ਾਂ ਦਾ ਵਿਦਵਾਨ ਲੋਕਾਂ ਦਾ ਕਥਨ ਹੈ ਕਿ 3 ਪ੍ਰਕਾਰ ਦੇ ਜਿਹੜੇ ਹਨ ਮਿੱਤਰ ਮੰਨੇ ਹਨ। ਇੱਕ ਤਾਂ ਸਾਖ ਸੰਬੰਧੀ ਸੱਜਣ ਭੈਣ ਭਰਾ ਜਿਹੜੇ ਹਨ ਇਹ ਮਿੱਤਰ ਹਨ ਕਿ ਜਦੋਂ ਆਪਾਂ ਕੋਈ ਔਖਾ ਵੇਲਾ ਆਉਂਦਾ ਹੈ ਤਾਂ ਆਪਾਂ ਕਹਿੰਦੇ ਹਾਂ ਕਿ ਮੇਰੇ ਰਿਸ਼ਤੇਦਾਰ ਸਾਖ ਸੰਬੰਧੀ ਸੱਜਣ ਮਿੱਤਰ ਸਾਰੇ ਉਸ ਦੇ ਸਹਾਈ ਹੁੰਦੇ ਹਨ। ਕੋਈ ਦੁੱਖ ਸੁੱਖ ਆਉਂਦਾ ਹੈ ਤਾਂ ਆਪਾਂ ਸਾਰੇ ਉਸ ਦੇ ਨਾਲ ਖੜਦੇ ਹਾਂ ਦੁੱਖ ਸੁੱਖ ਦੇ ਵਿੱਚ। ਇਹ ਸੰਸਾਰ ਜਿਹੜਾ ਹੈ
गुरु महाराज जी ने ये पहली प्रकार के मित्र माने हैं। पर दूसरे मित्र है जायदाद धन दौलत कि ये जिहड़ी धन दौलत जिहड़ी है ये मित्रता जिन्ना तक इंसान दे विच श्वास है उन्ना तक ये साडी सहायता कर सकती है धन दौलत। पर जदों उसकी मौत हो जाती है तो धन दौलत सारा कुछ इत्थे ही रह जाता है। सज्जन मित्र जदों सेवियां दे विच आपां अग्नि भेट करते हाँ तो उत्थे जिहड़ा है उत्थे तक सज्जन मित्र साख संबंधी रिश्तेदार अपने उस दे नाल जिहड़ा है निभदे हैं। पर जिहड़ी धन दौलत है वो सवासां तक जदों इंसान मर गया उत्थे तक निभदे हैं। पर तीसरे मित्र हैं कर्म कि जिहड़े कर्म हैं वो इस संसार के उपर भी निभदे हैं अते नाल भी उसके कर्म जिहड़े हैं उसके नाल भी जाते हैं। ताही गुरु महाराज जी कहते हैं कि भाई अमृत वेले उठना चंगे कर्म करने इशनान पान करना परमात्मा की बंदगी करनी गुरु के द्वारे जाना दसां नौहां के करत दे विचों 10 वध कढना हर एक दे नाल प्रेम प्यार दे नाल जिहड़ा है इस संसार के उपर रहना नशा कुशां तो जिहड़ा है बचना बदफैलियां इस तरह के जिहड़े माड़े कर्म हैं उन्हां तो बचना ते चंगे कर्म जिहड़े हैं वो करने क्योंकि कर्म ही इंसान दे इस संसार दे विच भी उसके सहाय हुंदे हैं अते मर के भी जिहड़ा है उसके कर्म जिहड़े हैं उसके नाल निभदे हैं। तां गुरु महाराज जी कहते हैं जो दिन आवे सो दिन जाहि करना कूच रहन सिर नाहि संग चलत है हम भी चलना दूर गवन सिर ऊपर मरना कि संगी साथी किथे तैडे मापिया जिन्नी तू जणिया होई आपां देख लईए किथे ने साडे दादे परदादे माता पिता की जिहड़े इस संसार तो चले गए और असीं भी चले जाना है। संग चलत है हम भी चलना दूर गवन सिर ऊपर मरना क्या तो सोया जागे आना ये इंसान तो सुता पिया है। एक तां वो नींद है जिहड़ा इंसान कामकार दिंदे दिने धंधे धंधार करके आके बह जाता है थक के तो उसनों नींद आ जाती है तो उसनों कोई पता नहीं हुंदा मैं किथे पिया हाँ या कि कुछ भी उसनों सोची नहीं रहती। तो एक नींद ये है कि इस संसार दियां जागदा होया भी जिहड़ा है इंसान सुता पिया है कि असल दे नालों उसदे जिहड़ी मनोरथ सी भई प्राप्त मानुख दे हुरिया वो बन मनन की ये तेरी बरिया ये जिहड़ी वारिस सी इस पासे तो उस सारा जिहड़ा है वो अज्ञान दे विच जिहड़ा है पिया उसनों ज्ञान नहीं है। तां गुरु महाराज जी कहते हैं ये जागदा होया भी जिहड़ा है सुता पिया क्या तू सोया जागे आना तै जीवन जग सच कर जाना कि इस संसार में जिहड़ा है इंसान सच करके जान रहा है। रहाओ जिन जीव दिया सूरज के बरावे सब कट पीतर हाड़ चलावे कर बंदगी छाड़ मैं मेरा है इंसान उस अकाल पुरख वाहिगुरु परमात्मा की बंदगी करना छड़ कर मेरा तेरा जिहड़ा है ये छड़ दे उस अकाल पुरख वाहिगुरु परमात्मा की बंदगी ही तेरे नाल निभनी है। कर बंदगी छाड़ मैं मेरा हृदय नाम समार सवेरा के हिरदे दे विच उस अकाल पुरख वाहिगुरु परमात्मा का नाम सिमर के अपने आप नूं सवारना कर। जन्म सरानो पंथ ना सवारा है इंसान वो अपने जन्म के वास्ते अपने सुखों के वास्ते सारा दिन ही लग्या पिया है कि मैं धन दौलत जोड़ लवां महल मारियां गड्डियां मोटरां मेरे धियां पुत्रां अगे पोतड़ियां तक भी जिहड़ा है आपां धन दौलत जोड़ते हैं कि आने वाली पीढ़ी भी जिहड़ी है सुखां दे नाल जिहड़ा है रवे। गुरु महाराज जी कहते हैं कि जन्म सरानो पंथ ना सवारा अपने जन्म नूं तां तू सवार रहा है इंसान पर वो पंथ अकाल पुरख वाहिगुरु जिथे तू अगे जाना है दरगाह दे विच उस दे वास्ते तू कुछ भी नहीं कीता। सांझ परी गए दसे अंधियारा कि जदों दिन आया फिर दोपहर आई ते फिर शामां आईयां। ये गुरु महाराज जी ने सानू समझाया है कि इंसान पहला तेरे कोल बचपन सी सवेर का समा बचपन का अति दोपहर का समा जिहड़ा है वो गुरु महाराज जी ने सानू जवानी का समा जिहड़ा है दिता है कि वडेपा जिहड़ा सांझ आपां संध्या कह दिंदे हां शामां का समा कह दिंदे हां। गुरु महाराज जी कहते उन्होंने सांझ कहा है कि सांझ परी दह दसे अंधियारा
कि जदों सांझा शामां हो गई तो शाम तो बाद फिर की हुंदा है, फिर अंधेरा हो जाता है, अंधेरा ही अंधेरा सारे पासे हो जाता है। इसी तरह गुरु महाराज जी सानू समझा रहे हैं कि इंसान तेरा बचपन भी चले गया, तेरी जवानी भी चलेगी और तेरा जिहड़ा वडेपा सी वो भी चलिया गया, पर तू अपने जन्म के वास्ते अगे जिहड़ा है सवारना नहीं किया। कह रविदास जी दान दीवाने केत सनाही दुनिया फन खाने के इंसान, कि ये दुनिया जिहड़ी है सारी गुनाह होने वाली है। संसार जो उपजो सो बिनस है, जो भी इस संसार के ऊपर पैदा होया है उसने जरूर विनाश हो जाना है। कीड़ी तो लैके हाथी तक जिहड़ा है उसने विनाश होना है। तो सानू उस अकाल पुरख वाहिगुरू परमात्मा की बंदगी करनी चाहिए है, सानू अपना आप सवारना चाहिए है। अमृत वेले उठो, इशनान पान करके गुरु महाराज जी की गुरबाणी के लड़ लगो। हम जिहड़ियां है माता कुलदीप कौर जी के जो भी साध संबंधी सज्जन मित्र दूरों नेड़ों चल के पहुंचे हैं, सरदार सुखजिंदर सिंह जी और सारे ही गरीबाल परिवार वालों सारिया संगतां का भाई धन्यवाद किया जाता है जी, आया आख्या जाता है जी। ਅਤੇ ਸਾਰਿਆਂ ਨੂੰ ਬੇਨਤੀ ਹੈ ਦੇਗ ਵਰਤੇਗੀ गुरु के लंगर तैयार हैं, सब माई भाई ने छक के फिर जाने की कृपालता करनी है जी। ਅਤੇ ਹੁਣ गुरु घर की बख्शिश सिरपाओ साहब दिते जाने हैं। सो बेनती है सरदार सुखजिंदर सिंह जी गरेवाल परिवार को कि गुरु महाराज जी के सन्मुख होकर सिरपाओ साहब लैन की कृपालता करनी। अज आप सारे बीजी कुलदीप कौर के भोग देने आए हैं, अंतर अरदास शामिल हुए हैं तो उन्होंने सारे शरधा के फुल दिने हैं। मेरे वालों भी तो मेरे परिवार वालों थोड़े सारे आया का इतने धन्यवाद। तो मैं ये कहना चाहता भी थोड़ा जहा बीबी का पिछोकड़ दसना चाहते हैं। मेरे फादर के मासी जी सीगे, पर असी अज तक मासी जी लगे नहीं, साढ़े दादी तक भी उन्होंने निभाया। मेरे दादी ने मेरे दादी ने फर्ज सी वो भी निभाई हम तक। ये चाचा जी ने है मेरे फादर के सगे भरा को हर साड़ी टुकड़ी घरी जो शरीक हुए, हर वेले साढ़े नाल उत्थे खड़े रहे। तो परिवारक तौर पर एक पढ़े लिखे परिवार चो कुलदीप कौर आई सी, दिओल परिवार चो इन्हों के फादर साहब डॉक्टर सीगे ब्रदर वो वकील सी, अज भतीजा सीनियर वकील है जी, पीजी तक पहुँच गए हैं। तो जोड़े परिवार च आई सी साढ़े नारायणगढ़ परिवार का ही एक हिस्सा चाचा जी होने, ये फार्म ने जाके इतने सैटल हुए। तो बड़िया मुश्किल आईया समय के पर कभी डोले नहीं है। जोड़िया बड़िया दुनियावी मुश्किल होंगे आउंदियां रही जांदियां रही। तो चाचा जी ने तो मासी ने कट्ठे रल के अपनी जिंदगी को कामयाब बना के अज इतने खड़े हैं। भी तिने लड़कियां ब्याह के वधिया घर चुकियां हुई ने, तो पोता उन्होंने पैसा मेंटर करके नौकरी कर रहा है। तो इस तरह जिंदगी बीत करते हुए जे आप देखिए कि कोई भी बंदा जितनी मर्जी उम्र का हो जाए वो न्याणा ही रहता। मैं तो सिर्फ इन्ने शब्द कहूँगा भी जो माँ जाती है ना उदों बंदे का बचपन जाता, जब तक बचपन नहीं जाता जब तक माँ सिर पर होती है। कोई सुखविंदर सिंह कहने वाले तो बहुत मिनट के पर भोला किसी नहीं कहना। वो इतों जाने वाली जी साड़ी चाची की मदर सी वो साढ़े सिर तो विकास का खत्म हो गया। बेशक वो लंबे समय तो घर ही रहते थे, पर जब तक कोई जी अपना बड़ा घर होंगे जिवें कहते हैं भी बरकत होंगी है घर से, वो बरकत रही है। तो आपको आसरा रहता भी जो कोई भी सलाह लेनी है तो मैं इन्हों को लै सकते हैं। इस करके जिमें अपने जिमें समा वरत लिया, मैं तो ये देखा हम अपनी जिंदगी पिछले 10 महीने जो चेंज देखी है भी लाइफ बहुत फास्ट हो गई। आप सारे भजे फिरते हैं, पर जो जिंदगी आके मुकती है उदों आप घड़ी सारा याद करते हैं भी हुण आप की इतने दिता तो की गवाया। वो जी घड़ी आप खड़े हैं। तो आने वाली जिंदगी आप तो यही मैं तो यही कह सकता जिमें उन्होंने दृढ़ता नाल जिंदगी जी है, अपने औखा समा भी कढ़िया, अज चंगिया थावां ते सारे पहुँच चुके हैं। पर
ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਗੁਰੂ ਦੇ ਨਾਲ ਜੁੜ ਕੇ, ਇੱਕ ਇਮਾਨਦਾਰੀ ਨਾਲ ਜੁੜ ਕੇ ਰਹਿਣਾ ਚਾਹੀਦਾ। ਜਿੰਨੀ ਇਮਾਨਦਾਰੀ ਨਾਲ ਜੁੜ ਕੇ ਆਪਾਂ ਰਹੀਏ ਸਾਰੇ, ਮੇਰੀ ਬਹੁਤ ਛੋਟੀ ਉਮਰ ਆ ਗੱਲ ਕਹਿਣ ਦੀ, ਪਰ ਜਿੰਨੀ ਜ਼ਿੰਦਗੀ ਆਪਾਂ ਇਮਾਨਦਾਰ ਰਹੀਏ ਆਪਾਂ ਕਾਮਯਾਬ ਰਹਿੰਦੇ ਹਾਂ। ਤੇ ਲੋਕਾਂ ਨੂੰ ਪਤਾ ਲੱਗੇ ਬੇਸ਼ੱਕ ਨਾ ਲੱਗੇ, ਤੁਸੀਂ ਆਪਣੇ ਮਨ ਦੇ ਸ਼ੀਸ਼ੇ ਪੂਰੇ ਸਾਫ਼ ਹੋਗੇ। ਇੰਨਾ ਕਹਿੰਦਾ ਮੈਂ ਸਭ ਮੰਨਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਰਿਆਂ ਦਾ ਜਿਹੜੇ ਆਏ ਨੇ ਪੂਜਨੋਂ ਤੁਹਾਡੇ ਸਾਰਿਆਂ ਦੇ ਧੰਨਵਾਦ। ਤੇ ਲੰਗਰ ਤਿਆਰ ਹੈ ਜੀ, ਸਾਰੇ ਉਹ ਛਕ ਕੇ ਜਾਣ। ਜਿਹੜੇ ਪਿਛਲੇ 90 ਸਮੇਂ ਤੋਂ ਦਿੱਲੀ ਦੇ ਵਿੱਚ ਮੋਰਚੇ 'ਤੇ ਬੈਠੇ ਨੇ, ਬਹੁਤ ਜ਼ਿਆਦਾ ਸੰਘਰਸ਼ ਕਰ ਰਹੇ ਨੇ, ਆਪਾਂ ਸਾਰੇ ਜਾਣਦੇ ਹਾਂ। ਇਹਨਾਂ ਦਾ ਇਹ ਮਾਤਾ ਜੀ ਬਾਰੇ ਉਹਦਾ ਉਹਦੇ ਦੱਸਿਆ, ਮੈਨੂੰ ਵੀ ਇਸ ਪਰਿਵਾਰ ਦੇ ਨਾਲ 15 ਸਾਲਾਂ ਤੋਂ ਮਿਲਣ ਦਾ ਮੌਕਾ ਮਿਲਿਆ। ਮਾਤਾ ਜੀ ਦੇ ਜੀਵਨ ਬਾਰੇ ਆਪਾਂ ਜਿੰਨਾ ਵੀ ਦੱਸੀਏ ਉਨਾ ਹੀ ਘੱਟ ਹੈ। ਇਸ ਪਰਿਵਾਰ ਦੇ ਨਾਲ ਮੇਰੇ ਬਹੁਤ ਹੀ ਪਿਆਰੇ ਮੇਰੇ ਵੱਡੇ ਭਰਾ ਸਰਦਾਰ ਤੇਜਾ ਸਿੰਘ ਧਾਲੀਵਾਲ ਜੀ, ਜਦੋਂ ਦੀ ਉਹਨਾਂ ਦੀ ਨਾਲ ਰਿਸ਼ਤੇਦਾਰੀ ਜੁੜੀ ਆ, ਤੇ ਇਸ ਪਰਿਵਾਰ ਦੇ ਦਿਨ ਪੂਰੀ ਰਾਤ ਚੌਕੜੀ ਵਾਲੇ ਪਾਸੇ ਨੂੰ ਚਲੇ ਗਏ। ਉਹਨਾਂ ਦੀ ਬੇਟੀ ਜਿਹੜੀ ਨੋ ਬਣੀ ਆ, ਸਾਡੀ ਬੇਟੀ, ਸਾਡੀ ਭੈਣ, ਉਹਨਾਂ ਨੇ ਇਸ ਪਰਿਵਾਰ ਦਾ ਜਿਹੜਾ ਸਾਰਾ ਹੀ ਜ਼ਿੰਮੇਵਾਰੀ ਸੀ ਆਪਣੇ ਮੋਢੇ 'ਤੇ ਚੱਕੀ ਹੋਈ ਸੀ, ਕਿਉਂਕਿ ਮੈਂ ਪਰਿਵਾਰ ਦੇ ਨਾਲ ਬਹੁਤ ਨੇੜੇ ਹੋ ਕੇ ਪੜ੍ਹਿਆ ਸੀ। ਤੇ ਉਸ ਬੇਟੀ ਨੇ ਇਸ ਪਰਿਵਾਰ ਨੂੰ ਸਫਲ ਬਣਾਉਣ ਵਿੱਚ, ਇਸ ਪਰਿਵਾਰ ਦੀ ਤਰੱਕੀ ਕਰਨ ਦੇ ਵਿੱਚ ਜੋ ਮਿਹਨਤ ਕਰੀ ਆ, ਹਰ ਕੋਈ ਨਹੀਂ ਕਰ ਸਕਦੀ। ਔਰ ਉਹਨਾਂ ਨੂੰ ਜੋ ਸੋਹਣਾ ਪਰਿਵਾਰ ਮਿਲਿਆ, ਉਹ ਇੱਕ ਐਸੀ ਸ਼ਖਸੀਅਤ ਦਾ ਲੁਧਿਆਣੇ ਦੀ, ਜਿਹਨੂੰ ਅਸੀਂ ਖੇਡਾਂ ਦੇ ਵਿੱਚ ਬਾਸਕਟਬਾਲ ਦੀ ਯੂਨੀਵਰਸਿਟੀ ਕਹਿ ਸਕਦੇ ਹਾਂ। ਜਿਹੜੇ ਲੋਕ ਜਾਣਦੇ ਨੇ ਸਰਦਾਰ ਤੇਜਾ ਸਿੰਘ ਧਾਲੀਵਾਲ ਨੂੰ, ਉਹਨਾਂ ਨੂੰ ਪਤਾ ਕਿ ਉਹਨਾਂ ਨੇ ਬਾਸਕਟਬਾਲ ਦੇ ਵਿੱਚ ਕਿੰਨੇ ਖਿਡਾਰੀ, ਅਨੇਕਾਂ ਖਿਡਾਰੀ ਪੈਦਾ ਕੀਤੇ, ਔਰ ਅਨੇਕਾਂ ਖਿਡਾਰੀਆਂ ਨੂੰ ਸਰਕਾਰੀ ਜੌਬ ਕਰਵਾਈਆਂ ਨੇ। ਮੈਂ ਉਹਨਾਂ ਬਾਰੇ ਜ਼ਿਆਦਾ ਸਬੂਤਾਂ ਦਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਊਗੀ। ਉਹ ਆਪਣੇ ਮੁਖਾਬਲੇ ਦੇ ਵਿੱਚੋਂ ਮਾਤਾ ਜੀ ਦੇ ਜੀਵਨ ਬਾਰੇ, ਮਾਤਾ ਜੀ ਦੇ ਨਾਲ ਉਹਨਾਂ ਨੇ ਸਮਾਂ ਗੁਜ਼ਾਰਿਆ, ਉਹ ਆਪ ਸਾਰਾ ਤੁਹਾਡੇ ਨਾਲ ਸਾਂਝਾ ਕਰਨਗੇ। ਮੈਂ ਤੁਹਾਨੂੰ ਇੱਕ ਹੋਰ ਬੇਨਤੀ ਜ਼ਰੂਰ ਕਰੂੰਗਾ, ਕਿਉਂਕਿ ਜੋ ਇਹ ਸਮਾਂ ਹੁੰਦਾ ਇਹਦੇ ਵਿੱਚ ਆਪਾਂ ਨੂੰ ਕਾਤਲਮਨ ਹੋ ਕੇ ਸਾਰੀਆਂ ਗੱਲਾਂ ਸੁਣਨੀਆਂ ਚਾਹੀਦੀਆਂ, ਔਰ ਮਾਤਾ ਜੀ ਦੇ ਜਿਹੜੀ ਜੀਵਨ ਆ ਉਹਦੇ ਵਿੱਚੋਂ ਆਪਾਂ ਨੂੰ ਸਿੱਖ ਕੇ ਜਾਣਾ ਚਾਹੀਦਾ, ਕਿਉਂਕਿ ਜ਼ਿੰਦਗੀ ਜਿਹੜੀ ਆ ਬਹੁਤ, ਜਿਵੇਂ ਕਾਕਿਆਂ ਸਾਹਿਬ ਨੇ ਦੱਸਿਆ, ਬਹੁਤ ਫਾਸਟ ਹੈਗੀ ਆ। ਇਸ ਕਰਕੇ ਸਾਨੂੰ ਇਹ ਪਲ ਜਿਹੜੇ ਹੈਗੇ ਨੇ ਪੂਰੇ ਸ਼ਾਂਤਮਈ ਇਕਾਗਰਤਾ ਦੇ ਨਾਲ ਸਾਰਾ ਇਹਨਾਂ ਇਸ ਪ੍ਰੋਗਰਾਮ ਨੂੰ ਆਪਾਂ ਦੇਖਣਾ, ਕਿਉਂਕਿ ਇਹ ਜਿਹੜਾ ਸਮਾਗਮ ਆ, ਮਾਂ ਦਾ ਸਮਾਗਮ ਆ, ਜਿਹੜੀ ਮਾਂ ਦਾ ਕੁਝ ਬੰਦਾ ਜਿਹੜੀ ਕਰ ਨਹੀਂ ਮਿਲ ਸਕਿਆ, ਇਹ ਦੱਸ ਸਕਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਰੂਪੀ ਸਾਧ ਸੰਗਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਜ ਅਸੀਂ ਸਾਰੀ ਸੰਗਤ ਨੇ ਰਲ ਕੇ ਮਾਤਾ ਕੁਲਦੀਪ ਕੌਰ ਜੀ ਦੀ ਅੰਦਰ ਅਰਦਾਸ ਕੀਤੀ ਆ, ਪਰਮਾਤਮਾ ਨੂੰ ਪ੍ਰਾਰਥਨਾ ਕੀਤੀ ਆ ਕਿ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਈ। ਸੰਗਤ ਦੀ ਅਰਦਾਸ ਕੀਤੀ ਹੋਈ ਹੀ ਦਰਗਾਹ ਦੇ ਵਿੱਚ ਮਨਜ਼ੂਰ ਹੁੰਦੀ ਹੈ। ਸੰਗਤ ਰੱਬ ਦਾ ਰੂਪ ਹੁੰਦੀ ਹੈ। ਦੋ ਸ਼ਬਦ ਬੀਬੀ ਕੁਲਦੀਪ ਜੀ ਕੌਰ ਬਾਰੇ ਕਹਾ, ਜੋ ਮੈਂ ਉਹਦੇ ਮੌਕੇ ਨੂੰ ਸੁਣਿਆ, ਜਦੋਂ ਮੈਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਪਾਕਿਸਤਾਨ ਬਾਰੇ ਉਹਨਾਂ ਨੇ ਗੱਲਾਂ ਸਾਂਝੀਆਂ ਕੀਤੀਆਂ, ਉਹ ਦੋ ਚਾਰ ਗੱਲਾਂ ਕਰੀਆਂ ਚਾਹੁੰਦਾ। ਲੈਪਟਾਪ ਜਿਹੜਾ ਹੁਣ ਫੈਸਲਾਬਾਦ ਬਣ ਗਿਆ ਪਾਕਿਸਤਾਨ ਦੇ ਵਿੱਚ, ਉੱਥੇ ਉਹਦਾ ਜਨਮ ਡਾਕਟਰ ਊਧਮ ਸਿੰਘ ਤੇ ਮਾਤਾ ਬਸੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਸਦੀ ਦਾ ਸਭ ਤੋਂ ਵੱਡਾ ਤੂਫਾਨ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ, ਜਿਹਦੀ ਗਵਾਹ ਬੀਬੀ ਕੁਲਦੀਪ ਕੌਰ ਬਣੀ। ਇਹ ਤੂਫਾਨ ਅੱਖੀਂ ਦੇਖਿਆ ਵੀ, ਭੁਗਤੇ ਸਾਹਮਣੇ ਆਪਣੇ ਮਰਦੇ ਦੇਖੇ, ਆਪਣੇ ਖੂਨ ਡੁੱਲਦਾ ਦੇਖਿਆ। ਕਿਵੇਂ ਪਰਿਵਾਰ ਇਹਨਾਂ ਬੱਚਿਆਂ ਨੂੰ ਬਚਾ ਕੇ ਪਾਕਿਸਤਾਨ ਤੋਂ ਆਪਣੇ ਦੇਸ਼ ਵਿੱਚ ਲੈ ਕੇ ਆਇਆ, ਕਿਉਂਕਿ ਅੰਗਰੇਜ਼ ਨੇ ਇੱਕਦਮ ਅਨਾਉਂਸ ਕਰਤਾ ਹੋਇਆ ਕਿਸੇ ਬੰਦੋਬਸਤ ਤੋਂ ਵੀ ਹਿੰਦੁਸਤਾਨ ਪਾਕਿਸਤਾਨ ਬਣ ਗਿਆ। ਨਾ ਸਾਡੇ ਸਿਆਸੀ ਲੀਡਰ ਨੇ ਸੋਚਿਆ ਵੀ ਜਿਹੜੀ ਇਹ ਹਰਕਤ ਹੈਗੀ ਆ, ਜਨਤਾ ਹੈਗੀ ਆ, ਕਿ ਕਿੱਥੇ ਜਾਊਗੀ, ਇਹਦਾ ਕੀ ਬਣੂਗਾ। ਔਰ ਸਦੀ ਦਾ ਸਭ ਤੋਂ ਵੱਡਾ ਤੂਫਾਨ ਹੋਇਆ, ਸਭ ਤੋਂ ਵੱਡਾ ਜਿਹਾ ਭਾਗ ਹੋਇਆ। ਸੋ ਇਹ ਸਾਰਿਆਂ ਨੂੰ ਤੁਹਾਨੂੰ ਪਤਾ, ਇਹ ਵੱਡਾ ਇਤਿਹਾਸ ਆ ਜਿਹੜਾ ਕਦੇ ਵੀ ਨਾ ਕਦੇ ਭੁੱਲੂਗਾ। ਮਾਤਾ ਜੀ ਨੇ ਸਾਰੀਆਂ ਗੱਲਾਂ ਪਹੁੰਚਾਉਣੀਆਂ। ਜਦੋਂ ਉਹ ਹਿੰਦੁਸਤਾਨ ਵਿੱਚ ਆਏ ਤਾਂ ਉਹਦੇ ਆਜੂ ਲਗਭਗ 4.5
ਉੱਥੇ ਹੀ ਪੜ੍ਹਾਈ ਛੱਡਿਆ ਹੈ, 8ਵੀਂ ਜਮਾਤ 'ਚ ਪੜ੍ਹਦੇ ਸੀ। ਪੜ੍ਹੇ ਲਿਖੇ ਪਰਿਵਾਰ ਨੂੰ, ਜਿਸ ਤਰ੍ਹਾਂ ਕਿ ਹਰਮੀਤ ਨੇ ਦੱਸਿਆ, ਸਾਰੇ ਪ੍ਰੋਗਰੈਸਿਵ ਪਰਿਵਾਰ ਸੀਗੇ ਇਹ, ਪੜ੍ਹੇ ਲਿਖੇ ਸੀਗੇ। ਇਹਨਾਂ ਦੇ ਹੁਣ ਵੀ ਜਿਹੜੇ ਸਾਰੇ ਅੱਗੇ ਰਿਸ਼ਤੇਦਾਰ ਨੇ ਉਹ ਆਪੋ ਆਪਣੀ ਜਗ੍ਹਾ ਬਹੁਤ ਅੱਗੇ ਪਹੁੰਚੇ ਹੋਏ ਨੇ। ਉਹ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ, ਪਰ ਇਹ ਸਾਡਾ ਭਾਈ ਸਾਹਿਬ ਨੇ ਵੀ ਆਪਣੀ ਕਥਾ ਵਿੱਚ ਕਿਹਾ, ਮਰਨ ਖਾਏ ਮੰਡਲ ਮੇ ਆਏ, ਇਹਦਾ ਇੱਕ ਸਾਡਾ ਵੀ ਮਰਨਾ। ਪਰ ਮਰਨਾ ਕਿਵੇਂ ਆ? क्या जाना कि मरेंगे, कैसा मरना होए, जेकर साहिल ना मनो बिसरे तो साहिला मरना होए। ये भेदा कि मरना किवें आ, कल मरना, किथे मरना, पर यह भी सच आ कि परमात्मा ने लड़ लगती है तो मरना भी सौखा हो जाता। हुण मैं गल करा मां के रूप की, इस्त्री बेटी के रूप के विच जन्म लैंदी है। जो भी संसार आउंदी आ वो किसी की बेटी होंदी है। अड्ड स्टेजा में क्रॉस करके वो मां का रूप धारण करती है, जोड़ा कि इस्त्री का उक्त रूप है। मां की आ धरती से जिंदा फिरता रब। गुरु नानक साहब ने जो संसार को रोधी तीजे दिन बेई तो डुबी मार के बाहर आए तो मूल मंत्र का उच्चारण किया। और रब की डेफिनेशन है, साफ लिखा हुआ भी रब दुनिया नहीं पैदा पर हाजर नाजरा हर जगह जल्दे जल्दे हाजरा बड़े अंदर भी हो। पर बच्चे का केवल तो केवल जो रब है वो मां हैगी है, जो कोई समझे। क्योंकि मां का कीमता चढ़ाया कर बच्चा मोड़ नहीं सकता, क्योंकि साधन ही नहीं है मोड़ना। मां एक ऐसा रिश्ता जो समझे। गुरु नानक साहब ने पढ़ लो, उन्होंने बाणी पढ़ लो, मां बारे की कहा, इस्त्री बारे की कहा, कोई उन्होंने भलेखा नहीं रखा है। पर असं मत्थे भी देखते हैं पर उस पर अमल नहीं करते, चाहे मैं चाहे कोई होर, सब असी दुनियावियां गल्लां दे विच ग्रंथ होए पे अपनी चौधर अपने पैसे छुड़ाने परमात्मा भुल के। पर जो माता कुलदीप कौर ने संताप हो गया, जिस तरह हरमीत ने दसिया, उनके पुत्र सुखविंदर सिंह गरेवाल मेरे सामने बैठे ने, साढ़े रिश्तेदार ने, साढ़े संबंधी ने, सब प्यार करने वाले ने, वो रिश्तेदार बैठे ने। इन्हों की आज 1.5 साल की जब वो बगैर दसे विसाखी वाले दिन अपना घर छड़ गए और मुड़ के कदे वापस नहीं आए। वो बारे एक और जो साई चला जाए, किन्नी लड़ीक करे, अपने मां को किवें समझावे, किवें दरवास देवे, ये अपने आप की कहानी कहना सौखा, भुगतना बहुत। पर परमात्मा का नाम लैके जिस तरह जानवर अपने फंगा सने अपने बच्चे को पालते हैं, धरती के रिश्तेदारों के सहारे, भैन भरावां के सहारे, मापियों के सहारे जोड़ा है अपना समा कढ़िया तो अपने बच्चे को पालिया। उस तो पिछों इसकी शादी हुई, इसके बच्चियां पैदा हुई और उन्होंने कहानियां सुना के कदे पाकिस्तान दिया, कदे दुख दिया, कदे सुख दिया, अपना जो है वक्त गुजारिया। ज़्यादा कुछ ना कहना होया भी परमात्मा ऐसा किसी पर ताना है कि बीबी कुलदीप कौर जिहदा सबर सिर्फ शरीका देखने को मिलता सी, जब गलबात होंदी सी उन्होंने विचों खानदानी धर्म जिहड़ी हैगी साफ साफ दिखाई दिंदी सी। फिर किसी अच्छे परिवार की जिहड़ी शिक्षा, जिहड़े माँ बाप की शिक्षा जिहड़ी हैगी इन्हां नूं मिली हुई आ, जैसे उन्होंने संस्कार सी। तो ज़्यादा कुछ ना कहना होया, मैं संगत को माफी मांगता, कुछ फालतू बोल गया होगा तो बाकी मैं जाते का वाहिगुरू जी का खालसा वाहिगुरू जी की। सारे दी अखां बंद कर दित्तियां ने और सानूं ये शिक्षा मिलती है कि बड़े तो बड़े दुख दे विच भी सानूं उस परमात्मा का बहुत सहारा लेना चाहिए और जिंदगी का संघर्ष करना चाहिए। जिस तरह इन्होंने दसिया, मैनूं भी काफ़ी समा माता जी नाल गुजारन दा, उन्हां कोल बैठण दा सौभाग्य प्राप्त होया, बहुत कुछ सीखण नूं मिलिया। पर जिद्दां इन्होंने कहा कि कहना सुनना बहुत सौखा है, उन्होंने पिंडे ते हटाउणा बहुत औखा है। समा बहुत हो गया, मैं साडे विचकार साडे बहुत ही सत्कारयोग JP ਸਿੰਘ जी, ओलंपियन गुरदीप सिंह जी आए हुए ने, असीं उन्हां नूं इत्थे आउण ते धन्नवाद करदे हां। होर भी जिन्ने पहुंचे सज्जन दस्ते सारे आए हुए ने, मैं उन्हां नूं माफी चाहुंदा, समय की घाट करके चलण समा नहीं दे सकते। साडे इलाके के कौंसलर सरदार बलराज सिंह जी 2 मिनट के लिए माता जी नूं सुधा कर के उस तो बाद
परिवार वालों लाभ सिंह जी सारी संगत का धन्यवाद करेंगे और परिवार वालों उस परिवार की इच्छा है अपनी मान देने की कुछ परिवार वालों दान भी है वो भी थोड़े हथों पाना चाहते हैं ये थोड़ी अज की ड्यूटी हैगी आ प्लीज करना है। उस तो पहला दरबार सिंह उस तो बाद परिवार के मैंबर तो सरदार लाभ सिंह जी इतने आएंगे जी भी संस्थावान ने अहदेदार या मैंबर होंगे वो आके अपने जो इन्होंने वालों राशि हैगी आ वो भेंट करके अपनी रिपोर्ट बेनती है पहला कौंसलर दरबार सिंह जी उस तो बाद सरदार लाभ सिंह धन साहब श्री गुरु ग्रंथ साहब जी की पावन पवित्र हजूरी अंदर विराजमान गुरु प्यारी साध संगत जी वाहिगुरू जी का खालसा वाहिगुरू जी की फतेह। अज आप सारे बड़े सत्कारयोग माता कुलदीप कौर जी की अंतिम अरदास शामिल होने इतने एकत्र होए आप सारे ने रल मिल के अरदास बेनती की है कि हे परमात्मा पिछड़ी आत्मा को अपने चरणों में निवास बख्शो पिछले परिवार रिश्तेदारों बख्शो। मैं अपने वालों भी पिछड़ी आत्मा को श्रद्धा के पुर भेंट करना। मेरे तो पहला बहुत ही सत्कारयोग सरदार बीजा सिंह धालीवाल उन्होंने माता जी की जीवन बारे संक्षेप में दसिया तो बड़ा ही जो उन्होंने जीवन संघर्षमय जीवन है इन्होंने शब्दों वाली अपने वालों भी श्रद्धा के पुर भेंट करता है कि मैं जाचका वाहिगुरू जी का खालसा वाहिगुरू। होर भी संस्थावान धालीवाल साहब तुम भी आजो जी कातिया साहब तुम भी आजो 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 कातिया साहब परिवार वालों जिस स्थान से आप खड़े हैं गुरुद्वारा सिंह सभा कनैसा नगर में 10,000 रुपये की जो सहायता दी गई है वो भेंट कर रही है गुरुद्वारा साहब ने मुख्य सेवादार सानू साढ़े विचार पंजाब में एडवोकेट जनरल साहब योग साहब वो भी आए असी उन्होंने भी इतने आने से धन्यवाद करते हैं क्योंकि उन्होंने इस परिवार के नाम उन्होंने बेनती है कि कुछ कहते हैं श्रोमणी कमेटी के मैंबर काफी साहब सारे उन्होंने भी इतने धन्यवाद करते हैं परिवार को। गुरुद्वारा संत कौर पिंड धामड़ा गैरवाल कॉलोनी गुरुद्वारा जो साजा सलेम टापरी उन्होंने भी मैंबर पीर बाबा पुरेशा सलेम टापरी उन्होंने मैं समाप्ति के इसी साहब जी को बेनती करूँगा कि सारे आई हुई संगत का धन्यवाद कर और माता जी के नाम जो उन्होंने प्यार से जरूर साझा कर। मैं थोड़ा लेट हो गया अपने विजय मैं तो अज साडा वर्किंग डे से हाई कोर्ट में कुलदीप कौर मेरे सगे भुआ जी सन भुआ का प्यार तो हमेशा होंगे ही है पर इन्होंने मेरा प्यार कुछ विलखण से जो भी मैं इन्होंने को आना इन्होंने को रहना अपने बच्चे के समान इन्होंने मैंने प्यार दिता तो बहुत ही निका निग इन्हों को मिलता से इन्होंने को आके मैंने कोई महसूस ही नहीं होया सी कि मैं कितने पूरी थां चलिया छुट्टियां मैं महीना महीना इन्हों को रह जाना जो मैं अपनी पढ़ाई कॉलेज इतने अपनी जमीन पर आता सी इन्हों को आके मैं रहना मेरे बड़े भाई सुखजिंदर सिंह इन्होंने से बचपन गुजारे एक बड़ी दुख की घड़ी है
ਜਿਹਦੇ ਵਿੱਚ ਅਸੀਂ ਸ਼ਾਮਲ ਹੋਏ ਸਾਰੇ ਪਰਿਵਾਰ। ਅਸੀਂ ਹਮੇਸ਼ਾ ਕਿ ਸਾਡੇ ਪਰਿਵਾਰ ਜੀ ਨੂੰ ਉਹਨਾਂ ਦੀ ਯਾਦ ਸਾਡੇ ਹਮੇਸ਼ਾ ਮਨ 'ਚ ਰਹੇਗੀ ਤੇ ਉਹ ਕਦੇ ਅਸੀਂ ਉਹਨਾਂ ਨੂੰ ਭੁਲਾ ਨਹੀਂ ਸਕਦੇ। ਸਾਰੀ ਸਾਧ ਸੰਗਤ, ਜਿਹੜੇ ਸਾਡੇ ਰਿਸ਼ਤੇਦਾਰ, ਦੋਸਤ ਸੰਬੰਧੀ, ਸਾਡੇ ਪਿੰਡ ਤੋਂ, ਗਾਦੀਆਂ ਤੋਂ, ਰਾਹੋਂ ਤੋਂ, ਸਨੇਟਾਵੀ ਤੋਂ ਜਿੰਨੀ ਸੰਗਤ ਸਾਡੀ ਆਈ ਹੈ, ਉਹਨਾਂ ਸਾਰਿਆਂ ਦਾ ਬੜਾ ਤਹਿ ਦਿਲ ਤੋਂ ਧੰਨਵਾਦ ਕਰਦਾ। ਇਸੇ ਤਰ੍ਹਾਂ ਉਮੀਦ ਕਰਦਾ ਕਿ ਤੁਸੀਂ ਸਾਡੇ ਪਰਿਵਾਰ ਨਾਲ ਜੁੜੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਆ ਗੁਰਦੁਆਰਾ ਸਾਹਿਬ ਕਿ ਗੁਰੂ ਦਾ ਲੰਗਰ ਛਕ ਕੇ ਜਾਣ ਤੇ ਆਪਣਾ ਤੁਹਾਡੀ ਬੜੀ ਫੇਰ ਬਹੁਤ ਬਹੁਤ ਧੰਨਵਾਦ। ਪਰਿਵਾਰ ਦੇ ਪੂਰੀ ਦਸ ਸਿੰਘ ਸਿੰਘ ਦੀ ਸਰਪੰਚ ਦੀ ਬਖਸ਼ਿਸ਼ ਹੋਈ ਹੈ। ਗੁਰਦੁਆਰਾ ਸਾਹਿਬ ਵੱਲੋਂ ਮੇਰੀ ਬੇਨਤੀ ਆ ਕਿ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਰਨ। ਵਾਹਿਗੁਰੂ ਜੀ ਕਾ